ਸੁਨਹਿਰੀ ਸਿੱਖ ਇਤਿਹਾਸ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਲੜੀਵਾਰ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਇਸਤਰੀ ਦਾ ਸਿੱਖ ਧਰਮ ਵਿੱਚ ਕੀ ਸਥਾਨ ਹੈ। ਜੇ ਕਿਸੇ ਦੇਸ਼ ਜਾਂ ਕੌਮ ਦੀ ਗੱਲ ਕਰੀਏ ਤਾਂ ਉਸ ਦਾ ਆਧਾਰ ਉਸ ਦੇ ਸਮਾਜ ਤੇ ਖੜਾ ਹੈ ਤੇ ਸਮਾਜ ਦਾ ਆਧਾਰ ਪਰਿਵਾਰ ਤੇ ਖੜਾ ਹੈ, ਪਰਿਵਾਰ ਦਾ ਆਧਾਰ ਕਿਸੇ ਵਿਅਕਤੀ ਤੇ ਖੜਾ ਹੈ ਤੇ ਵਿਅਕਤੀ ਜਿਹੜਾ ਹੈ ਉਸ ਦਾ ਆਧਾਰ ਉਸ ਦੇ ਬਚਪਨ ਤੇ ਹੈ। ਬਚਪਨ ਜੋ ਮਾਂ ਦੀ ਗੋਦ ਵਿੱਚ ਖੇਡਿਆ ਜਾਂਦਾ ਹੈ ਉਹੀ ਦੇਸ਼ ਦਾ ਨਿਰਮਾਣ ਕਰਦਾ ਹੈ, ਕਿਉਂਕਿ ਬਚਪਨ ਦੇ ਵਿੱਚ ਜੋ ਆਦਰਸ਼ ਮਨੁੱਖ ਲੈ ਲੈਂਦਾ ਹੈ ਉਹਨਾਂ ਨੂੰ ਛੱਡਣਾ ਬਹੁਤ ਮੁਸ਼ਕਿਲ ਹੈ। ਇਸੇ ਕਰਕੇ ਨੈਪੋਲੀਅਨ ਨੇ ਕਿਹਾ ਸੀਗਾ ਕਿ ਗਿਵ ਮੀ ਗੁੱਡ ਮਦਰਸ ਆਈ ਵਿਲ ਗਿਵ ਯੂ ਗੁੱਡ ਨੇਸ਼ਨ, ਭਾਵ ਕਿ ਮੈਨੂੰ ਚੰਗੀਆਂ ਮਾਵਾਂ ਦਿਓ ਤੇ ਮੈਂ ਤੁਹਾਨੂੰ ਚੰਗਾ ਮੁਲਕ ਜਾਂ ਕੌਮ ਦਿਆਂਗਾ। ਜੇ ਕਿਸੇ ਦੇਸ਼ ਦਾ ਆਧਾਰ ਇੱਕ ਮਾਂ ਦੀ ਗੋਦ ਤੇ ਖੜਾ ਹੈ ਤਾਂ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਗੌਤਮ ਬੁੱਧ ਨੇ ਆਪਣੇ ਚੇਲੇ ਸੁੰਦਰ ਨੂੰ ਇਹ ਕਿਉਂ ਹੁਕਮ ਦਿੱਤਾ ਕਿ ਉਹਨਾਂ ਦੇ ਸੰਗ ਵਿੱਚ ਕੋਈ ਇਸਤਰੀ ਨਹੀਂ ਹੋਣੀ ਚਾਹੀਦੀ। ਜਾਂ ਫਿਰ ਯਹੂਦੀ ਲੜਕੇ ਜਦੋਂ ਆਪਣੇ ਪਰਮੇਸ਼ਵਰ ਅੱਗੇ ਅਰਦਾਸ ਕਰਦੇ ਹਨ ਤਾਂ ਉਹ ਕਹਿੰਦੇ ਹਨ ਕਿ ਈਸ਼ਵਰ, ਮੈਂ ਤੇਰਾ ਧੰਨਵਾਦੀ ਹਾਂ ਕਿ ਤੂੰ ਮੈਨੂੰ ਕਾਫਰ ਦੇ ਘਰ ਜਨਮ ਨਹੀਂ ਦਿੱਤਾ ਤੇ ਨਾ ਹੀ ਮੈਨੂੰ ਇਸਤਰੀ ਬਣਾਇਆ। ਜਾਂ ਫਿਰ ਜੈਨਾਂ ਦੇ ਗ੍ਰੰਥ ਕਿਉਂ ਕਹਿੰਦੇ ਹਨ ਕਿ ਇਸਤਰੀ ਇੱਕ ਮਾਇਆ ਹੈ। ਇੱਥੇ ਤੱਕ ਕਿ ਤੁਲਸੀਦਾਸ ਦੀ ਰਮਾਇਣ ਤਾਂ ਇਸਤਰੀ ਨੂੰ ਸੂਦਰ ਤੇ ਜਾਨਵਰ ਦੇ ਬਰਾਬਰ ਦਾ ਦਰਜਾ ਦਿੰਦੀ ਹੈ ਤੇ ਸਾਰਿਆਂ ਨੂੰ ਤਾੜਨ ਦੀ ਗੱਲ ਕਰਦੀ ਹੈ। ਗੱਲ ਹੈ ਕਿ ਮਨੂ ਨੇ ਵੀ ਇਸਤਰੀ ਨੂੰ ਕੂੜ ਦੀ ਮੂਰਤ ਕਿਹਾ ਤੇ ਇਸਲਾਮ ਨੇ ਅਗਰ ਪਤੀ ਨੂੰ ਬਹੁ ਪਤਨੀਆਂ ਰੱਖਣ ਦਾ ਹੱਕ ਦਿੱਤਾ ਤੇ ਫਿਰ ਪਤਨੀ ਨੂੰ ਬਹੁਪਤੀ ਰੱਖਣ ਦਾ ਹੱਕ ਕਿਉਂ ਨਹੀਂ ਦਿੱਤਾ। ਸਿੱਖ ਧਰਮ ਵੱਲ ਅਸੀਂ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਿੱਖ ਧਰਮ ਦੇ ਮੋਢੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਤਾਂ ਇਸਤਰੀ ਨੂੰ ਸਿੱਖ ਧਰਮ ਦੇ ਵਿੱਚ ਬਰਾਬਰ ਦਾ ਦਰਜਾ ਦਿੱਤਾ। ਉਹਨਾਂ ਨੇ ਕਿਹਾ, ਸੋ ਕਿਉ ਮੰਦਾ ਆਖੀਏ ਜਿਸ ਜੰਮੇ ਰਾਜਾਨ। ਸਿੱਖ ਰਹਿਤ ਮਰਿਆਦਾ ਜੋ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਨਾਲ ਕੌਮ ਵਿੱਚ ਲਾਗੂ ਕੀਤੀ ਗਈ ਹੈ ਉਹਦੇ ਮੁਤਾਬਕ ਵੀ ਹਰ ਇਸਤਰੀ ਨੂੰ ਉਹ ਸਾਰੇ ਹੱਕ ਹਨ ਜੋ ਇੱਕ ਸਿੱਖ ਨੂੰ ਹਨ। ਸਿੱਖ ਧਰਮ ਦੀ ਫਿਲਾਸਫੀ ਦੇ ਮੁਤਾਬਕ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਇਸਤਰੀ ਦੇ ਕਈ ਗੁਣ ਸਹਾਇਕ ਹੁੰਦੇ ਹਨ, ਜਿਨ੍ਹਾਂ ਵਿੱਚੋਂ ਪਿਆਰ ਤੇ ਸੰਤੋਖ ਬਾਰੇ ਗੁਰਬਾਣੀ ਵਿੱਚ ਕਾਫੀ ਜ਼ਿਕਰ ਕੀਤਾ ਗਿਆ ਹੈ। ਗੁਰਬਾਣੀ ਦੇ ਵਿੱਚ ਇਸਤਰੀ ਦੇ 3 ਸਰੂਪ ਦੱਸੇ ਗਏ ਹਨ, ਕੁਚੱਜੀ, ਸੁਚੱਜੀ ਤੇ ਗੁਣਵੰਤੀ। ਕੁਚੱਜੀ ਉਹ ਨਾਰੀ ਜੋ ਪਤੀ ਦੀ ਮਾਇਆ ਨਾਲ ਹੀ ਪਿਆਰ ਕਰਦੀ ਹੈ। ਸੁਚੱਜੀ ਉਹ ਨਾਰੀ ਜਿਹਦੇ ਵਾਸਤੇ ਪਤੀ ਹੀ ਸਭ ਕੁਝ ਹੈ, ਪਰ ਕਿਤੇ ਨਾ ਕਿਤੇ ਔਖੇ ਵੇਲੇ ਉਹ ਟੁੱਟ ਜਾਂਦੀ ਹੈ। ਗੁਣਵੰਤੀ ਉਹ ਸੁਚੱਜੀ ਨਾਰੀ ਜੋ ਔਖੇ ਵੇਲੇ ਜਾਂ ਮਸਲਿਆਂ ਵੇਲੇ ਉਹਦਾ ਹੱਲ ਲੱਭ ਲੈਂਦੀ ਹੈ। ਇਹ ਸਿੱਖ ਮਾਵਾਂ ਦੇ ਹੀ ਆਦਰਸ਼ ਸਨ ਜਿਸ ਨੇ ਸਿੱਖਾਂ ਨੂੰ ਇੰਨੀਆਂ ਕੁਰਬਾਨੀਆਂ ਦੇਣ ਵਾਸਤੇ ਪ੍ਰੇਰਿਤ ਕੀਤਾ। ਬੇਬੇ ਨਾਨਕੀ ਜਿਹਦੀ ਦਿਵ ਦ੍ਰਿਸ਼ਟੀ ਨਾਲ ਹੀ ਉਹਨਾਂ ਨੇ ਗੁਰੂ ਨਾਨਕ ਦੀ ਪਹਿਚਾਣ ਕੀਤੀ। ਮਾਤਾ ਖੀਵੀ ਜੀ ਜੋ ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਸਨ, ਉਹਨਾਂ ਨੂੰ ਲੰਗਰ ਸਥਾਪਿਤ ਕੀਤਾ। ਬੀਬੀ ਅਮਰੋ ਜੀ ਜਿਨ੍ਹਾਂ ਦੇ ਨੇਕ ਜੀਵਨ ਤੋਂ ਇੰਨਾ ਸਹੁਰੇ ਘਰ ਪ੍ਰਭਾਵਿਤ ਹੋਇਆ ਕਿ ਉਹਨਾਂ ਨੂੰ ਗੁਰਗੱਦੀ ਵੀ ਮਿਲੀ। ਇੱਥੇ ਹੀ ਨਹੀਂ, ਜੇ ਅਸੀਂ ਗੱਲ ਕਰੀਏ ਮਾਤਾ ਗੁਜਰੀ ਜੀ ਦੀ, ਮਾਤਾ ਗੁਜਰੀ ਜੀ ਨੇ ਤਾਂ ਆਪਣਾ ਪਤੀ, ਪੁੱਤਰ, ਪੋਤਰੇ ਤੇ ਆਪਣੇ ਆਪ ਨੂੰ ਸ਼ਹੀਦ ਕਰਵਾ ਕੇ ਖਾਲਸਾ ਪੰਥ ਦੀਆਂ ਨੀਹਾਂ ਹੋਰ ਪੱਕੀਆਂ ਕਰ ਦਿੱਤੀਆਂ। ਮਾਈ ਭਾਗੋ ਜੋ ਸਿੱਖ ਕੌਮ ਦੀ ਇੱਕ ਇਸਤਰੀ ਜਰਨੈਲ ਹੋਏ, ਉਹਨਾਂ ਨੇ 40 ਸਿੰਘਾਂ ਨੂੰ ਵਾਪਸ ਗੁਰੂ ਦੇ ਲੜ ਲਾਇਆ। ਮਾਤਾ ਸਾਹਿਬ ਕੌਰ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਪੰਥ ਨੂੰ ਅਗਵਾਈ ਦਿੱਤੀ। ਸਿੱਖ ਧਰਮ ਦੇ ਵਿੱਚ ਬੀਬੀਆਂ ਨੂੰ ਬਰਾਬਰ ਦਾ ਦਰਜਾ ਦਿੱਤਾ। ਬੀਬੀਆਂ ਨੂੰ ਮੰਦਾ ਕਹਿਣ ਤੋਂ ਗੁਰੂ ਨਾਨਕ ਸਾਹਿਬ ਨੇ ਰੋਕਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਰਾਬਰ ਦਾ ਅੰਮ੍ਰਿਤ ਛਕਾ ਕੇ ਉਹ ਹੌਸਲੇ ਬੁਲੰਦ ਕੀਤੇ ਕਿ ਸਿੱਖ ਬੀਬੀਆਂ ਨੇ ਵੀ ਸਿੱਖ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ, ਆਪਣੇ ਬੱਚਿਆਂ ਦੇ ਟੋਟੇ ਕਰਵਾਏ ਤੇ ਗਲ ਵਿੱਚ ਪਵਾਏ। ਇੱਕ ਪਾਸੇ ਤਾਂ ਸਿੱਖ ਧਰਮ ਨੇ ਬਾਕੀ ਧਰਮਾਂ ਤੋਂ ਅਲੱਗ ਹੋ ਕੇ ਇਸਤਰੀ ਨੂੰ ਬਰਾਬਰ ਦਾ ਦਰਜਾ ਦਿੱਤਾ, ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਨੂੰ ਕਿਰਪਾਨ ਪਵਾ ਕੇ ਆਤਮ ਨਿਰਭਰਤਾ ਦਿੱਤੀ। ਤੇ ਕੀ ਗੱਲ ਇਹ ਜਾਇਜ਼ ਹੈ ਕਿ ਅੱਜ ਫਿਰ ਇਸਤਰੀਆਂ ਉਹ ਧਾਗਾ ਬੰਨ੍ਹ ਕੇ ਆਪਣੀ ਰੱਖਿਆ ਆਪਣੇ ਵੀਰਾਂ ਤੋਂ ਭਾਲਣ? ਕੀ ਇਹ ਵੀਰਾਂ ਵਾਸਤੇ ਜਾਇਜ਼ ਹੈ ਕਿ ਆਪਣੀ ਭੈਣਾਂ ਤੋਂ ਧਾਗਾ ਬਣਵਾ ਕੇ ਉਹਨਾਂ ਦੀ ਰੱਖਿਆ ਤਾਂ ਕਰਨ ਤੇ ਫਿਰ ਬਾਕੀ ਬੀਬੀਆਂ ਦਾ ਉਹ ਰੱਖਿਆ ਕਰਨ ਜਾਂ ਨਾ ਕਰਨ? ਇਹਨਾਂ ਸਵਾਲਾਂ ਦੇ ਜਵਾਬ
ਮੈਂ ਤੁਹਾਡੇ ਤੇ ਛੱਡਦਾ। ਫਿਰ ਮਿਲਾਂਗਾ ਅਗਲੀ ਵਾਰੀ ਨਵੇਂ ਇਤਿਹਾਸ ਦੇ ਪੰਨਿਆਂ ਨਾਲ। ਤਦ ਤੱਕ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।